ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਅੱਜ ਕੱਲ੍ਹ ਇਜ਼ਰਾਈਲ ਦੇ ਬਣਾਏ ਪੈਗਾਸਸ ਨਾਂ ਦੇ ਜਾਸੂਸੀ ਸੌਫਟਵੇਅਰ ਦੀ ਚਰਚਾ ਜ਼ੋਰਾਂ 'ਤੇ ਹੈ। ਡੰਡੀ ਇਸ ਨੇ ਸੰਸਦ ਦੇ ਮੌਨਸੂਨ ਇਜਲਾਸ ਨੂੰ ਪੂਰੀ ਤਰ੍ਹਾਂ ਲੀਹੋਂ ਲਾ ਦਿੱਤਾ ਹੈ। ਡੰਡੀ ਇਜਲਾਸ ਦੇ ਰਹਿੰਦੇ ਦਿਨ ਵੀ ਇਸ ਬਹਿਸ ਮੁਬਾਸੇ ਅਤੇ ਵੱਖ-ਵੱਖ ਧਿਰਾਂ ਵੱਲੋਂ ਇਸ ਸੰਬੰਧੀ ਅਪਣਾਏ ਰਵੱਈਏ ਕਰਕੇ ਜ਼ਾਇਆ ਹੋਣ ਦੀ ਸੰਭਾਵਨਾ ਹੈ। ਡੰਡੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਸੂਚਨਾ ਤਕਨਾਲੋਜੀ ਸੰਬੰਧੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਦੇ ਸਦਨ ਵਿੱਚ ਦਿੱਤੇ ਬਿਆਨ ਨਾਲ ਹੀ ਆਪਣਾ ਪੱਖ ਸਾਫ਼ ਕਰਨ ਦਾ ਯਤਨ ਕੀਤਾ ਗਿਆ ਹੈ, ਜਦੋਂ ਕਿ ਵਿਰੋਧੀ ਧਿਰਾਂ ਸੰਸਦ ਵਿੱਚ ਇਸ ਬੇਹੱਦ ਸੰਵੇਦਨਸ਼ੀਲ ਮਸਲੇ 'ਤੇ ਵਿਸਤਾਰਤ ਬਹਿਸ ਦੇ ਨਾਲ-ਨਾਲ ਸੁਪਰੀਮ ਕੋਰਟ ਦੇ ਕਿਸੇ ਜੱਜ ਰਾਹੀਂ ਜਾਂਚ ਚਾਹੁੰਦੀਆਂ ਹਨ। ਡੰਡੀ ਇਸ ਨੂੰ ਲੈ ਕੇ ਅੱਜ ਬਹੁਤੀਆਂ ਵਿਰੋਧੀ ਪਾਰਟੀਆਂ ਸਰਕਾਰ ਦੇ ਖਿਲਾਫ ਖੜ੍ਹੀਆਂ ਹੋ ਕੇ ਆਵਾਜ਼ ਚੁੱਕ ਰਹੀਆਂ ਹਨ। ਡੰਡੀ ਉਹ ਹੋਰ ਮਸਲਿਆਂ ਤੋਂ ਪਹਿਲਾਂ ਪੈਗਾਸਸ ਕਾਂਡ ਬਾਰੇ ਹੀ ਚਰਚਾ ਕਰਨੀ ਚਾਹੁੰਦੀਆਂ ਹਨ। ਡੰਡੀ ਬੰਗਾਲ ਵਿੱਚ ਮਮਤਾ ਸਰਕਾਰ ਨੇ ਵੀ ਇਸ ਮਸਲੇ ਨੂੰ ਲੈ ਕੇ 2 ਸੇਵਾ ਮੁਕਤ ਜੱਜਾਂ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਡੰਡੀ ਇਸ ਸੰਬੰਧੀ ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨਾਂ ਪਾਈਆਂ ਗਈਆਂ ਹਨ। ਡੰਡੀ ਪੈਰਾ ਜਿੱਥੋਂ ਤੱਕ ਜਾਸੂਸੀ ਦਾ ਸਵਾਲ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਡੰਡੀ ਭਾਰਤ ਵਿੱਚ ਮੁਗਲਾਂ ਤੋਂ ਪਹਿਲਾਂ ਲੋਧੀਆਂ ਅਤੇ ਖਲਜੀਆਂ ਦੀਆਂ ਸਲਤਨਤਾਂ ਤੋਂ ਲੈ ਕੇ ਅੰਗਰੇਜ਼ਾਂ ਦੀ ਹਕੂਮਤ ਵਿੱਚ ਵੀ ਇਸ ਦਾ ਪਸਾਰਾ ਵੇਖਿਆ ਜਾ ਸਕਦਾ ਸੀ। ਡੰਡੀ ਆਜ਼ਾਦ ਭਾਰਤ ਵਿੱਚ ਵੀ ਸੂਬਾ ਸਰਕਾਰਾਂ ਅਤੇ ਕੇਂਦਰੀ ਸਰਕਾਰਾਂ ਵੱਲੋਂ ਵੱਖ-ਵੱਖ ਏਜੰਸੀਆਂ ਨੂੰ ਵੱਖ-ਵੱਖ ਧੜਿਆਂ ਅਤੇ ਵਿਅਕਤੀਆਂ ਦੇ ਅੱਖ ਰੱਖਣ ਲਈ ਕਿਹਾ ਜਾਂਦਾ ਹੈ। ਡੰਡੀ ਇਸੇ ਕਰਕੇ ਬਹੁਤੇ ਕਾਰਕੁਨਾਂ ਅਤੇ ਆਗੂਆਂ ਨੂੰ ਵੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਫੋਨ ਟੈਪ ਹੁੰਦੇ ਹਨ। ਡੰਡੀ ਪੈਗਾਸਸ ਸਪਾਈਵੇਅਰ ਸਾਫਟਵੇਅਰ ਵੇਚਣ ਵਾਲੀ ਇਜ਼ਰਾਈਲ ਦੀ ਕੰਪਨੀ NSO ਨੇ ਵੀ ਆਪਣਾ ਸਪਸ਼ਟੀਕਰਨ ਦਿੰਦਿਆਂ ਇਹ ਕਿਹਾ ਹੈ ਕਿ ਉਸ ਨੇ ਹੁਣ ਤੱਕ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਜਾਂ ਉਨ੍ਹਾਂ ਦੀਆਂ ਏਜੰਸੀਆਂ ਨੂੰ ਆਪਣਾ ਸਾਫਟਵੇਅਰ ਵੇਚਿਆ ਹੈ। ਡੰਡੀ ਨਾਲ ਹੀ ਉਸ ਨੇ ਇਹ ਵੀ ਖੁਲਾਸਾ ਕੀਤਾ ਹੈ, ਇਹ ਸਾਫਟਵੇਅਰ ਸਿਰਫ ਸੰਬੰਧਿਤ ਸਰਕਾਰ ਜਾਂ ਉਸ ਦੀਆਂ ਏਜੰਸੀਆਂ ਨੂੰ ਹੀ ਵੇਚਿਆ ਜਾਂਦਾ ਹੈ, ਜਿਸ ਦੀ ਪ੍ਰਮੁੱਖ ਵਰਤੋਂ ਹਿੰਸਾ ਫੈਲਾਉਣ ਵਾਲਿਆਂ ਜਾਂ ਦੇਸ਼ ਵਿਰੋਧੀ ਗੋਂਦਾਂ-ਗੁੰਦਣ ਵਾਲਿਆਂ ਜਾਂ ਬਾਗੀ ਸੰਗਠਨਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਕੀਤੀ ਜਾਂਦੀ ਹੈ। ਡੰਡੀ ਭਾਰਤ ਦੀਆਂ ਕਈ ਏਜੰਸੀਆਂ ਵੀ ਆਪਣੇ ਦੇਸ਼ ਅਤੇ ਦੂਸਰੇ ਦੇਸ਼ਾਂ ਦੀ ਜਾਸੂਸੀ ਕਰਕੇ ਉਨ੍ਹਾਂ 'ਤੇ ਨਜ਼ਰ ਰੱਖਦੀਆਂ ਹਨ, ਪਰ ਇਸ ਸਾਫਟਵੇਅਰ ਰਾਹੀਂ ਕਿਸੇ ਵੀ ਫੋਨ ਜਾਂ ਮੋਬਾਈਲ ਵਿੱਚੋਂ ਪੂਰੀ ਜਾਣਕਾਰੀ ਲੈਣ ਦੇ ਹੋਏ ਖੁਲਾਸੇ ਨੇ ਇੱਕ ਵਾਰ ਤਾਂ ਇਸ ਲਈ ਤਰਥੱਲੀ ਮਚਾ ਦਿੱਤੀ ਹੈ ਕਿ ਭਾਰਤ ਵਿੱਚ ਇਸ ਯੰਤਰ ਰਾਹੀਂ ਵਿਰੋਧੀ ਦਲਾਂ ਦੇ ਆਗੂਆਂ, ਸਿਵਲ ਸੁਸਾਇਟੀ ਦੇ ਕਾਰਕੁਨਾਂ, ਪੱਤਰਕਾਰਾਂ ਅਤੇ ਜੱਜਾਂ ਆਦਿ 'ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਡੰਡੀ ਇਨ੍ਹਾਂ 'ਚੋਂ ਕਾਫੀ ਵਿਅਕਤੀ
ਸਟਾਪ। ਵੈਲਕਮ ਪੰਜਾਬੀ shorthand.com ਦੀ ਰੈਡੀ ਸਟਾਰਟ। ਅੱਜ ਕੱਲ ਇਜ਼ਰਾਈਲ ਦੇ ਬਣਾਏ ਪੈਗਾਸਸ ਨਾਂ ਦੇ ਜਾਸੂਸੀ ਸਾਫਟਵੇਅਰ ਦੀ ਚਰਚਾ ਜ਼ੋਰਾਂ ਤੇ ਹੈ ਡੰਡੀ। ਇਸ ਨੇ ਸੰਸਦ ਦੇ ਮੌਨਸੂਨ ਇਜਲਾਸ ਨੂੰ ਪੂਰੀ ਤਰ੍ਹਾਂ ਲੀਹੋਂ ਲਾ ਦਿੱਤਾ ਹੈ ਡੰਡੀ। ਇਜਲਾਸ ਦੇ ਰਹਿੰਦੇ ਦਿਨ ਵੀ ਇਸ ਬਹਿਸ ਮੁਬਾਸੇ ਅਤੇ ਵੱਖ-ਵੱਖ ਧਿਰਾਂ ਵੱਲੋਂ ਇਸ ਸੰਬੰਧੀ ਅਪਣਾਏ ਰਵੱਈਏ ਕਰਕੇ ਜ਼ਾਇਆ ਹੋਣ ਦੀ ਸੰਭਾਵਨਾ ਹੈ ਡੰਡੀ। ਸਰਕਾਰ ਵੱਲੋਂ ਇਸ ਮਾਮਲੇ ਵਿੱਚ ਸੂਚਨਾ ਤਕਨਾਲੋਜੀ ਸੰਬੰਧੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਦੇ ਸਦਨ ਵਿੱਚ ਦਿੱਤੇ ਬਿਆਨ ਨਾਲ ਹੀ ਆਪਣਾ ਪੱਖ ਸਾਫ਼ ਕਰਨ ਦਾ ਯਤਨ ਕੀਤਾ ਗਿਆ ਹੈ, ਜਦੋਂ ਕਿ ਵਿਰੋਧੀ ਧਿਰਾਂ ਸੰਸਦ ਵਿੱਚ ਇਸ ਬੇਹੱਦ ਸੰਵੇਦਨਸ਼ੀਲ ਮਸਲੇ ਤੇ ਵਿਸਥਾਰਤ ਬਹਿਸ ਦੇ ਨਾਲ-ਨਾਲ ਸੁਪਰੀਮ ਕੋਰਟ ਦੇ ਕਿਸੇ ਜੱਜ ਰਾਹੀਂ ਜਾਂਚ ਚਾਹੁੰਦੀਆਂ ਹਨ ਡੰਡੀ। ਇਸ ਨੂੰ ਲੈ ਕੇ ਅੱਜ ਬਹੁਤੀਆਂ ਵਿਰੋਧੀ ਪਾਰਟੀਆਂ ਸਰਕਾਰ ਦੇ ਖਿਲਾਫ ਖੜੀਆਂ ਹੋ ਕੇ ਆਵਾਜ਼ ਚੁੱਕ ਰਹੀਆਂ ਹਨ ਡੰਡੀ। ਉਹ ਹੋਰ ਮਸਲਿਆਂ ਤੋਂ ਪਹਿਲਾਂ ਪੈਗਾਸਸ ਕਾਂਡ ਬਾਰੇ ਹੀ ਚਰਚਾ ਕਰਨੀ ਚਾਹੁੰਦੀਆਂ ਹਨ ਡੰਡੀ। ਬੰਗਾਲ ਵਿੱਚ ਮਮਤਾ ਸਰਕਾਰ ਨੇ ਵੀ ਇਸ ਮਸਲੇ ਨੂੰ ਲੈ ਕੇ 2 ਸੇਵਾ ਮੁਕਤ ਜੱਜਾਂ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ ਡੰਡੀ। ਇਸ ਸੰਬੰਧੀ ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨਾਂ ਪਾਈਆਂ ਗਈਆਂ ਹਨ ਡੰਡੀ ਪੈਰਾ। ਜਿੱਥੋਂ ਤੱਕ ਜਾਸੂਸੀ ਦਾ ਸਵਾਲ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ ਡੰਡੀ। ਭਾਰਤ ਵਿੱਚ ਮੁਗਲਾਂ ਤੋਂ ਪਹਿਲਾਂ ਲੋਧੀਆਂ ਅਤੇ ਖਿਲਜੀਆਂ ਦੀਆਂ ਸਲਤਨਤਾਂ ਤੋਂ ਲੈ ਕੇ ਅੰਗਰੇਜ਼ਾਂ ਦੀ ਹਕੂਮਤ ਵਿੱਚ ਵੀ ਇਸ ਦਾ ਪਸਾਰਾ ਵੇਖਿਆ ਜਾ ਸਕਦਾ ਸੀ ਡੰਡੀ। ਆਜ਼ਾਦ ਭਾਰਤ ਵਿੱਚ ਵੀ ਸੂਬਾ ਸਰਕਾਰਾਂ ਅਤੇ ਕੇਂਦਰੀ ਸਰਕਾਰਾਂ ਵੱਲੋਂ ਵੱਖ-ਵੱਖ ਏਜੰਸੀਆਂ ਨੂੰ ਵੱਖ-ਵੱਖ ਧੜਿਆਂ ਅਤੇ ਵਿਅਕਤੀਆਂ ਤੇ ਅੱਖ ਰੱਖਣ ਲਈ ਕਿਹਾ ਜਾਂਦਾ ਹੈ ਡੰਡੀ। ਇਸੇ ਕਰਕੇ ਬਹੁਤੇ ਕਾਰਕੁਨਾਂ ਅਤੇ ਆਗੂਆਂ ਨੂੰ ਵੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਫੋਨ ਟੈਪ ਹੁੰਦੇ ਹਨ ਡੰਡੀ। ਪੈਗਾਸਸ ਸਪਾਈਵੇਅਰ ਸਾਫਟਵੇਅਰ ਵੇਚਣ ਵਾਲੀ ਇਜ਼ਰਾਈਲ ਦੀ ਕੰਪਨੀ NSO ਨੇ ਵੀ ਆਪਣਾ ਸਪਸ਼ਟੀਕਰਨ ਦਿੰਦਿਆਂ ਇਹ ਕਿਹਾ ਹੈ ਕਿ ਉਸਨੇ ਹੁਣ ਤੱਕ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਜਾਂ ਉਨ੍ਹਾਂ ਦੀਆਂ ਏਜੰਸੀਆਂ ਨੂੰ ਆਪਣਾ ਸਾਫਟਵੇਅਰ ਵੇਚਿਆ ਹੈ ਡੰਡੀ। ਨਾਲ ਹੀ ਉਸ ਨੇ ਇਹ ਵੀ ਖੁਲਾਸਾ ਕੀਤਾ ਹੈ ਸਾਫਟਵੇਅਰ ਸਿਰਫ ਸੰਬੰਧਤ ਸਰਕਾਰ ਜਾਂ ਉਸ ਦੀਆਂ ਏਜੰਸੀਆਂ ਨੂੰ ਹੀ ਵੇਚਿਆ ਜਾਂਦਾ ਹੈ ਜਿਸ ਦੀ ਪ੍ਰਮੁੱਖ ਵਰਤੋਂ ਹਿੰਸਾ ਫੈਲਾਉਣ ਵਾਲਿਆਂ ਜਾਂ ਦੇਸ਼ ਵਿਰੋਧੀ ਗੋਂਦਾਂ ਗੁੰਦਣ ਵਾਲਿਆਂ ਜਾਂ ਬਾਗੀ ਸੰਗਠਨਾਂ ਦੀਆਂ ਸਰਗਰਮੀਆਂ ਤੇ ਨਜ਼ਰ ਰੱਖਣ ਲਈ ਕੀਤੀ ਜਾਂਦੀ ਹੈ ਡੰਡੀ। ਭਾਰਤ ਦੀਆਂ ਕਈ ਏਜੰਸੀਆਂ ਵੀ ਆਪਣੇ ਦੇਸ਼ ਅਤੇ ਦੂਸਰੇ ਦੇਸ਼ਾਂ ਦੀ ਜਾਸੂਸੀ ਕਰਕੇ ਉਨ੍ਹਾਂ ਤੇ ਨਜ਼ਰ ਰੱਖਦੀਆਂ ਹਨ, ਪਰ ਇਸ ਸਾਫਟਵੇਅਰ ਰਾਹੀਂ ਕਿਸੇ ਵੀ ਫੋਨ ਜਾਂ ਮੋਬਾਈਲ ਵਿੱਚੋਂ ਪੂਰੀ ਜਾਣਕਾਰੀ ਲੈਣ ਦੇ ਹੋਏ ਖੁਲਾਸੇ ਨੇ ਇੱਕ ਵਾਰ ਤਾਂ ਇਸ ਲਈ ਤਰਥਲੀ ਮਚਾ ਦਿੱਤੀ ਹੈ ਕਿ ਭਾਰਤ ਵਿੱਚ ਇਸ ਯੰਤਰ ਰਾਹੀਂ ਵਿਰੋਧੀ ਦਲਾਂ ਦੇ ਆਗੂਆਂ, ਸਿਵਲ ਸੁਸਾਇਟੀ ਦੇ ਕਾਰਕੁਨਾਂ, ਪੱਤਰਕਾਰਾਂ ਅਤੇ ਜੱਜਾਂ ਆਦਿ ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਡੰਡੀ। ਇਨ੍ਹਾਂ ਚੋਂ ਕਾਫੀ ਵਿਅਕਤੀਆਂ ਦੇ ਨਾਂ ਵੀ ਨਸ਼ਰ ਹੋਏ ਹਨ ਡੰਡੀ। ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਇੱਕ ਲੋਕਤੰਤਰੀ ਦੇਸ਼ ਵਿੱਚ ਵੱਖ-ਵੱਖ ਖੇਤਰਾਂ ਦੇ ਮਹੱਤਵਪੂਰਨ ਵਿਅਕਤੀਆਂ ਦੀ ਇਸ ਕਦਰ ਜਾਸੂਸੀ ਕਰਨਾ ਕਿੰਨਾ ਕੁ ਜਾਇਜ਼ ਹੈ ਡੰਡੀ। ਅੱਤਵਾਦੀ ਸਰਗਰਮੀਆਂ ਵਿੱਚ
ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਅੱਜ ਕੱਲ ਇਜ਼ਰਾਈਲ ਦੇ ਬਣਾਏ ਪੈਗਾਸਸ ਨਾਂ ਦੇ ਜਾਸੂਸੀ ਸੌਫਟਵੇਅਰ ਦੀ ਚਰਚਾ ਜ਼ੋਰਾਂ ਤੇ ਹੈ। ਡੰਡੀ ਇਸ ਨੇ ਸੰਸਦ ਦੇ ਮੌਨਸੂਨ ਇਜਲਾਸ ਨੂੰ ਪੂਰੀ ਤਰ੍ਹਾਂ ਲੀਹੋਂ ਲਾ ਦਿੱਤਾ ਹੈ। ਡੰਡੀ ਇਜਲਾਸ ਦੇ ਰਹਿੰਦੇ ਦਿਨ ਵੀ ਇਸ ਬਹਿਸ ਮੁਬਾਸੇ ਅਤੇ ਵੱਖ-ਵੱਖ ਧਿਰਾਂ ਵੱਲੋਂ ਇਸ ਸੰਬੰਧੀ ਅਪਣਾਏ ਰਵੱਈਏ ਕਰਕੇ ਜ਼ਾਇਆ ਹੋਣ ਦੀ ਸੰਭਾਵਨਾ ਹੈ। ਡੰਡੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਸੂਚਨਾ ਤਕਨਾਲੋਜੀ ਸੰਬੰਧੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਦੇ ਸਦਨ ਵਿੱਚ ਦਿੱਤੇ ਬਿਆਨ ਨਾਲ ਹੀ ਆਪਣਾ ਪੱਖ ਸਾਫ਼ ਕਰਨ ਦਾ ਯਤਨ ਕੀਤਾ ਗਿਆ ਹੈ, ਜਦੋਂ ਕਿ ਵਿਰੋਧੀ ਧਿਰਾਂ ਸੰਸਦ ਵਿੱਚ ਇਸ ਬੇਹੱਦ ਸੰਵੇਦਨਸ਼ੀਲ ਮਸਲੇ ਤੇ ਵਿਸਥਾਰਤ ਬਹਿਸ ਦੇ ਨਾਲ-ਨਾਲ ਸੁਪਰੀਮ ਕੋਰਟ ਦੇ ਕਿਸੇ ਜੱਜ ਰਾਹੀਂ ਜਾਂਚ ਚਾਹੁੰਦੀਆਂ ਹਨ। ਡੰਡੀ ਇਸ ਨੂੰ ਲੈ ਕੇ ਅੱਜ ਬਹੁਤੀਆਂ ਵਿਰੋਧੀ ਪਾਰਟੀਆਂ ਸਰਕਾਰ ਦੇ ਖਿਲਾਫ ਖੜੀਆਂ ਹੋ ਕੇ ਆਵਾਜ਼ ਚੁੱਕ ਰਹੀਆਂ ਹਨ। ਡੰਡੀ ਉਹ ਹੋਰ ਮਸਲਿਆਂ ਤੋਂ ਪਹਿਲਾਂ ਪੈਗਾਸਸ ਕਾਂਡ ਬਾਰੇ ਹੀ ਚਰਚਾ ਕਰਨੀ ਚਾਹੁੰਦੀਆਂ ਹਨ। ਡੰਡੀ ਬੰਗਾਲ ਵਿੱਚ ਮਮਤਾ ਸਰਕਾਰ ਨੇ ਵੀ ਇਸ ਮਸਲੇ ਨੂੰ ਲੈ ਕੇ 2 ਸੇਵਾ ਮੁਕਤ ਜੱਜਾਂ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਡੰਡੀ ਇਸ ਸੰਬੰਧੀ ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨਾਂ ਪਾਈਆਂ ਗਈਆਂ ਹਨ। ਡੰਡੀ ਪੈਰਾ ਜਿੱਥੋਂ ਤੱਕ ਜਾਸੂਸੀ ਦਾ ਸਵਾਲ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਡੰਡੀ ਭਾਰਤ ਵਿੱਚ ਮੁਗਲਾਂ ਤੋਂ ਪਹਿਲਾਂ ਲੋਧੀਆਂ ਅਤੇ ਖਿਲਜੀਆਂ ਦੀਆਂ ਸਲਤਨਤਾਂ ਤੋਂ ਲੈ ਕੇ ਅੰਗਰੇਜ਼ਾਂ ਦੀ ਹਕੂਮਤ ਵਿੱਚ ਵੀ ਇਸ ਦਾ ਪਸਾਰਾ ਵੇਖਿਆ ਜਾ ਸਕਦਾ ਸੀ। ਡੰਡੀ ਆਜ਼ਾਦ ਭਾਰਤ ਵਿੱਚ ਵੀ ਸੂਬਾ ਸਰਕਾਰਾਂ ਅਤੇ ਕੇਂਦਰੀ ਸਰਕਾਰਾਂ ਵੱਲੋਂ ਵੱਖ-ਵੱਖ ਏਜੰਸੀਆਂ ਨੂੰ ਵੱਖ-ਵੱਖ ਧੜਿਆਂ ਅਤੇ ਵਿਅਕਤੀਆਂ ਤੇ ਅੱਖ ਰੱਖਣ ਲਈ ਕਿਹਾ ਜਾਂਦਾ ਹੈ। ਡੰਡੀ ਇਸ ਕਰਕੇ ਬਹੁਤੇ ਕਾਰਕੁਨਾਂ ਅਤੇ ਆਗੂਆਂ ਨੂੰ ਵੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਫੋਨ ਟੈਪ ਹੁੰਦੇ ਹਨ। ਡੰਡੀ ਪੈਗਾਸਸ ਸਪਾਈਵੇਅਰ ਸੌਫਟਵੇਅਰ ਵੇਚਣ ਵਾਲੀ ਇਜ਼ਰਾਈਲ ਦੀ ਕੰਪਨੀ NSO ਨੇ ਵੀ ਆਪਣਾ ਸਪਸ਼ਟੀਕਰਨ ਦਿੰਦਿਆਂ ਇਹ ਕਿਹਾ ਹੈ ਕਿ ਉਸਨੇ ਹੁਣ ਤੱਕ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਜਾਂ ਉਨ੍ਹਾਂ ਦੀਆਂ ਏਜੰਸੀਆਂ ਨੂੰ ਆਪਣਾ ਸੌਫਟਵੇਅਰ ਵੇਚਿਆ ਹੈ। ਡੰਡੀ ਨਾਲ ਹੀ ਉਸਨੇ ਇਹ ਵੀ ਖੁਲਾਸਾ ਕੀਤਾ ਹੈ ਇਹ ਸੌਫਟਵੇਅਰ ਸਿਰਫ ਸੰਬੰਧਿਤ ਸਰਕਾਰ ਜਾਂ ਉਸ ਦੀਆਂ ਏਜੰਸੀਆਂ ਨੂੰ ਹੀ ਵੇਚਿਆ ਜਾਂਦਾ ਹੈ ਜਿਸ ਦੀ ਪ੍ਰਮੁੱਖ ਵਰਤੋਂ ਹਿੰਸਾ ਫੈਲਾਉਣ ਵਾਲਿਆਂ ਜਾਂ ਦੇਸ਼ ਵਿਰੋਧੀ ਗੋਂਦਾਂ ਗੁੱਦਣ ਵਾਲਿਆਂ ਜਾਂ ਬਾਗੀ ਸੰਗਠਨਾਂ ਦੀਆਂ ਸਰਗਰਮੀਆਂ ਤੇ ਨਜ਼ਰ ਰੱਖਣ ਲਈ ਕੀਤੀ ਜਾਂਦੀ ਹੈ। ਡੰਡੀ ਭਾਰਤ ਦੀਆਂ ਕਈ ਏਜੰਸੀਆਂ ਵੀ ਆਪਣੇ ਦੇਸ਼ ਅਤੇ ਦੂਸਰੇ ਦੇਸ਼ਾਂ ਦੀ ਜਾਸੂਸੀ ਕਰਕੇ ਉਨ੍ਹਾਂ ਤੇ ਨਜ਼ਰ ਰੱਖਦੀਆਂ ਹਨ, ਪਰ ਇਸ ਸੌਫਟਵੇਅਰ ਰਾਹੀਂ ਕਿਸੇ ਵੀ ਫੋਨ ਜਾਂ ਮੋਬਾਈਲ ਵਿੱਚੋਂ ਪੂਰੀ ਜਾਣਕਾਰੀ ਲੈਣ ਦੇ ਹੋਏ ਖੁਲਾਸੇ ਨੇ ਇੱਕ ਵਾਰ ਤਾਂ ਇਸ ਲਈ ਤਰਥਲੀ ਮਚਾ ਦਿੱਤੀ ਹੈ ਕਿ ਭਾਰਤ ਵਿੱਚ ਇਸ ਯੰਤਰ ਰਾਹੀਂ ਵਿਰੋਧੀ ਦਲਾਂ ਦੇ ਆਗੂਆਂ, ਸਿਵਲ ਸੁਸਾਇਟੀ ਦੇ ਕਾਰਕੁਨਾਂ, ਪੱਤਰਕਾਰਾਂ ਅਤੇ ਜੱਜਾਂ ਆਦਿ ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਡੰਡੀ ਇਨ੍ਹਾਂ ਚੋਂ ਕਾਫੀ ਵਿਅਕਤੀਆਂ ਦੇ ਨਾਂ ਵੀ ਨਸ਼ਰ ਹੋਏ ਹਨ। ਡੰਡੀ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਇੱਕ ਲੋਕਤੰਤਰੀ ਦੇਸ਼ ਵਿੱਚ ਵੱਖ-ਵੱਖ ਖੇਤਰਾਂ ਦੇ ਮਹੱਤਵਪੂਰਨ ਵਿਅਕਤੀਆਂ ਦੀ ਇਸ ਕਦਰ ਜਾਸੂਸੀ ਕਰਨਾ ਕਿੰਨਾ ਕੁ ਜਾਇਜ਼ ਹੈ। ਡੰਡੀ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਹਿੰਸਾ ਫੈਲਾਉਣ ਵਾਲੇ ਅਨਸਰਾਂ ਜਾਂ ਅਜਿਹੇ ਸੰਗਠਨਾਂ ਉੱਤੇ ਇਸ ਤਰ੍ਹਾਂ ਨਜ਼ਰ ਰੱਖਣ ਨੂੰ ਤਾਂ ਜਾਇਜ਼ ਠਹਿਰਾਇਆ ਜਾ ਸਕਦਾ ਹੈ, ਪਰ ਸਮਾਜ ਦੀਆਂ ਵੱਖ-ਵੱਖ ਖੇਤਰਾਂ ਦੀਆਂ ਉੱਗੀਆਂ ਸ਼ਖਸੀਅਤਾਂ ਨੂੰ ਇਸ ਘੇਰੇ ਵਿੱਚ ਕਿਵੇਂ ਲਿਆਂਦਾ ਜਾ ਸਕਦਾ ਹੈ? ਪ੍ਰਸ਼ਨ ਚਿੰਨ੍ਹ। ਇਹ ਕਿਸੇ ਵੀ ਨਜ਼ਰੀਏ ਤੋਂ ਕਿੰਨਾ ਕੁ ਠੀਕ ਮੰਨਿਆ ਜਾ ਸਕਦਾ ਹੈ? ਪ੍ਰਸ਼ਨ ਚਿੰਨ੍ਹ ਪੈਰਾ। ਅਜਿਹੇ ਨਾ ਸਾਹਮਣੇ ਆਉਣ ਨਾਲ ਨਿਸ਼ਚੇ ਹੀ ਸਰਕਾਰ ਦੀ ਜਵਾਬਦੇਹੀ ਬਣਦੀ ਹੈ ਅਤੇ ਉਹ ਦੇਸ਼ ਦੇ ਕਾਨੂੰਨ ਦੇ ਘੇਰੇ ਵਿੱਚ ਵੀ ਆ ਜਾਂਦੀ ਹੈ। ਡੰਡੀ ਇਸੇ ਲਈ
ਹੀ ਜਿੱਥੇ ਇਸ ਮਸਲੇ ਤੇ ਵਿਰੋਧੀ ਧਿਰਾਂ ਨੇ ਹਮਲਾਵਰ ਰੁਖ ਅਖਤਿਆਰ